ਗੁਰੂ ਸਵਾਰੇ ਡਾਕਟਰ ਜਸਪਾਲ ਸਿੰਘ ਜੀ, ਸਰ ਪਰਮਜੀਤ ਸਿੰਘ ਜੀ ਰਾਣਾ, ਡਾਕਟਰ ਇੰਦਰਜੀਤ ਸਿੰਘ ਜੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ, ਮੇਰੇ ਅਜ਼ੀਜ਼ ਸਤਿਕਾਰਤ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਅਤੇ ਮੇਰੇ ਸਾਹਮਣੇ ਬੈਠੇ ਸਾਰੇ ਗੁਰਮੁਖ ਸਤਿਕਾਰਤ ਮਾਈ ਭਾਈ ਤੇ ਕੌਮ ਦੀ ਆਉਣ ਵਾਲੀ ਪ੍ਰਚਾਰਕ ਪੀੜ੍ਹੀ ਦੇ ਇਹ ਸਾਰੇ ਬੱਚੇ, ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸੈਮੀਨਾਰ ਗੁਰੂ ਦਰ ਤੋਂ ਬਰੁਸਾਈ ਹੋਈ ਆਪਣੀ ਪੂਰਬਲੀ ਕਮਾਈ ਦਾ ਸਦਕਾ ਗੁਰੂ ਸ਼ਰਨਾਈ ਵਿੱਚ ਆ ਕੇ ਗੁਰੂ ਜੋਤ ਨਾਲ ਪ੍ਰਕਾਸ਼ੀ ਗਈ ਬ੍ਰਹਮ ਗਿਆਨੀ ਰੂਪ ਬਾਬਾ ਬੁੱਢਾ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਹੈ। ਪਿਛਲੇ ਸੈਮੀਨਾਰਾਂ ਵਿੱਚ ਵੀ ਮੈਂ ਬੇਨਤੀ ਕੀਤੀ ਸੀ ਤੇ ਅੱਜ ਵੀ ਮੈਂ ਇਸ ਪੱਖੋਂ ਆਪ ਜੀ ਦੇ ਨਾਲ ਇਹ ਮਨ ਦੀ ਭਾਵਨਾ ਸਾਂਝੀ ਕਰਨੀ ਚਾਹੁੰਦਾ। ਅੱਜ ਦਾ ਇਹ ਸੈਮੀਨਾਰ ਵੀ ਇੱਕ ਵਿਸ਼ੇਸ਼ ਮਕਸਦ ਨੂੰ ਲੈ ਕੇ ਆਯੋਜਿਤ ਕੀਤਾ ਗਿਆ ਤੇ ਮਕਸਦ ਇਹ ਹੈ ਕਿ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਲੋਕ ਪਰਲੋਕ ਦੇ ਸੁਖ ਦਾਤੇ, ਤਿਨਾਂ ਦੀ ਅਗਵਾਈ ਵਿੱਚ ਅਸੀਂ ਗੁਰੂ ਕੇ ਕਹਾਉਣ ਵਾਲਿਆਂ ਨੇ ਆਪਣਾ ਜੀਵਨ ਉਸ ਤਰੀਕੇ ਨਾਲ ਬਸਰ ਕਰਨਾ ਹੁੰਦਾ ਹੈ ਜਿਹਦੇ ਨਾਲ ਸਾਡੇ ਜੀਵਨ ਵਿੱਚ ਸਾਡੀ ਸੀਮਤ ਸੋਚ ਜਾਂ ਵਿਕਾਰੀ ਬਿਰਤੀਆਂ ਨਾਲ ਪ੍ਰਭਾਵਿਤ ਹੋਈ ਸੋਚ, ਜਿਹੜੀ ਕਿ ਬੇਸੰਜਮੀ ਹੋ ਕੇ, ਬੇਧਿਆਨੀ ਹੋ ਕੇ, ਲਾਪਰਵਾਹੀ ਵਿੱਚ ਸਾਨੂੰ ਉਸ ਪਾਸੇ ਵਿਚਾਰਕ ਤੌਰ ਤੇ, ਵਿਵਹਾਰ ਦੇ ਤੌਰ ਤੇ, ਕਰਮਾਂ ਦੇ ਤੌਰ ਤੇ ਉੱਧਰ ਨੂੰ ਲੈ ਜਾਂਦੀ ਹੈ, ਜਿਹਦੇ ਨਤੀਜੇ ਸਾਡੇ ਆਪਣੇ ਨਿੱਜ ਲਈ, ਪਰਿਵਾਰ ਲਈ, ਕੌਮ ਲਈ ਕੋਈ ਬਹੁਤੇ ਲਾਹੇਵੰਦੇ ਨਹੀਂ ਹੁੰਦੇ। ਅਗਵਾਈ ਵਿੱਚ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੁਰਨ ਦਾ ਮਨ ਵਿੱਚ ਫੈਸਲਾ ਲੈਂਦੇ ਹਾਂ ਤੇ ਉਹਦਾ ਮਕਸਦ ਇਹ ਹੁੰਦਾ ਹੈ ਕਿ ਜੋ ਕੁਝ ਅਸੀਂ ਆਪਣੀ ਮਤ ਬੁੱਧ ਸਮਝ ਸਮਰੱਥਾ ਨਾਲ ਪ੍ਰਾਪਤ ਨਹੀਂ ਕਰ ਸਕੇ ਹਾਂ, ਉਹ ਲਾਹੇਵੰਦੇ ਮਾਣਯੋਗ ਆਨੰਦਮਈ ਸੰਤੁਸ਼ਟੀ ਭਰੇ ਨਤੀਜੇ ਗੁਰੂ ਦੀ ਮਤ ਦੀ ਅਗਵਾਈ ਵਿੱਚ ਪ੍ਰਾਪਤ ਕਰਨ ਦੇ ਯੋਗ ਹੋ ਸਕੀਏ। ਇਹਦੇ ਲਈ ਇੱਕ ਮਰਿਆਦਾ ਹੈ, ਜੁਗਤ ਹੈ। ਉਹ ਇਹ ਹੈ ਕਿ ਗੁਰੂ ਦੀ ਬਾਣੀ ਨੂੰ ਪੜ੍ਹਦਿਆਂ, ਸੁਣਦਿਆਂ, ਗਾਉਂਦਿਆਂ, ਵਿਚਾਰਦਿਆਂ ਇਹਦੇ ਨਾਲ ਆਪ ਵੀ ਮਨ ਕਰਕੇ, ਮਤ ਕਰਕੇ ਜੁੜੀਏ ਤੇ ਦੂਜਿਆਂ ਨੂੰ, ਭਾਵੇਂ ਉਹ ਸਾਡੇ ਪਰਿਵਾਰ ਦੇ ਜੀਅ ਨੇ ਤੇ ਭਾਵੇਂ ਹੋਰ ਆਸੇ-ਪਾਸੇ ਸਾਡੇ ਸੰਪਰਕ ਵਿੱਚ ਆਉਣ ਵਾਲੇ ਨੇ, ਉਹਨਾਂ ਨੂੰ ਇਸ ਤਰ੍ਹਾਂ ਦੀ ਗੁਰਮਤਿ ਜੀਵਨ ਜੁਗਤ ਦੇ ਲਈ ਪ੍ਰੇਰਿਤ ਕਰੀਏ, ਉਤਸ਼ਾਹਿਤ ਕਰੀਏ। ਹਰ ਗੁਰਸਿੱਖ ਆਪਣੇ ਆਪ ਦੇ ਵਿੱਚ ਗੁਰੂ ਸਾਹਿਬ ਨੇ ਪ੍ਰਚਾਰਕ ਬਣਾਇਆ ਤੇ ਸਾਰਿਆਂ ਦੇ ਲਈ ਇਹ ਆਗਿਆ ਕੀਤੀ ਹੈ ਕਿ ਧੰਨਤਾ ਯੋਗ ਸਤਿਕਾਰਤ ਗੁਰਸਿੱਖ ਉਹੋ ਹੀ ਹੈ ਜਿਹੜਾ ਗੁਰਮਤਿ ਜੁਗਤ ਨੂੰ ਜਿਉਂਦਿਆਂ ਆਪ ਦੈਵੀ ਗੁਣਾਂ ਦਾ ਭਜਨ ਬੰਦਗੀ ਦੇ ਰਾਹੀਂ ਧਾਰਨੀ ਬਣਦਾ ਤੇ ਦੂਜਿਆਂ ਨੂੰ ਰੋਲ ਮਾਡਲ ਬਣ ਕੇ ਇਹਦੇ ਲਈ ਪ੍ਰੇਰਿਤ ਕਰਦਾ ਹੈ। ਪਰ ਇਹਦੇ ਬਾਵਜੂਦ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਵਿੱਚ ਪ੍ਰਕਾਸ਼ਮਾਨ ਕਰਕੇ ਉਸ ਨੂੰ ਸਤਸੰਗੀ ਅਸਥਾਨ ਧਰਮਸਾਲ ਦਾ, ਗੁਰਦੁਆਰੇ ਦਾ ਰੂਪ ਦਿੱਤਾ ਹੋਇਆ ਹੈ। ਹੁਣ ਉੱਥੇ ਕੁਝ ਵਿਸ਼ੇਸ਼ ਸਮੇਂ ਦੇ ਵਿੱਚ ਵਿਸ਼ੇਸ਼ ਢੰਗ ਨਾਲ ਸਤਸੰਗ ਦਾ ਆਯੋਜਨ ਕਰਕੇ ਮਿਲ ਬੈਠਦੇ ਹਾਂ, ਇੱਕ ਦੂਜੇ ਨੂੰ ਉਤਸ਼ਾਹਿਤ ਕਰਦੇ ਹਾਂ ਗੁਰੂ ਨਾਲ ਜੁੜਨ ਵਾਸਤੇ। ਹੁਣ ਜਦੋਂ ਗੁਰਦੁਆਰਾ ਆਉਂਦਾ ਹੈ, ਧਰਮਸਾਲ ਆਉਂਦੀ ਹੈ ਸਾਹਮਣੇ, ਜਿਹੜੀ ਗੁਰੂ ਸਾਹਿਬ ਨੇ ਆਪਣੀ ਹਯਾਤੀ ਵਿੱਚ, ਆਪਣੀ ਜ਼ਿੰਦਗੀ ਵਿੱਚ ਹੀ ਕਾਇਮ ਕਰ ਦਿੱਤੀ ਮਰਿਆਦਾ ਧਰਮਸਾਲ ਦੀ,
ਤਾਂ ਉਸ ਧਰਮਸਾਲ ਦਾ ਪ੍ਰਬੰਧ ਚਲਾਉਣ ਲਈ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪ੍ਰਕਾਸ਼ਮਾਨ ਕਰਕੇ ਉਹਨਾਂ ਦੀ ਸੇਵਾ ਸੰਭਾਲ ਦੇ ਲਈ ਜਿੱਥੇ ਇੱਕ ਪ੍ਰਬੰਧਕ ਸ਼੍ਰੇਣੀ ਹੈ, ਉੱਥੇ ਨਾਲ ਨਾਲ ਧਾਰਮਿਕ ਸ਼੍ਰੇਣੀ ਹੈ। ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲਿਆਂ ਨੂੰ ਧਰਮਸਾਲੀਆ ਵੀ ਆਖਿਆ ਬਾਣੀ ਦੇ ਅੰਦਰ। ਭਾਈ ਗੁਰਦਾਸ ਜੀ ਨੇ ਧਰਮਸਾਲੀਆ ਨਾਮ ਨਾਲ ਸੰਬੋਧਿਤ ਕੀਤਾ ਆਪਣੀਆਂ ਵਾਰਾਂ ਵਿੱਚ। ਗ੍ਰੰਥੀ ਸਿੰਘ ਵੀ ਆਖਿਆ ਜਾਂਦਾ, ਗੁਰੂ ਕਾ ਵਜ਼ੀਰ ਵੀ ਆਖਿਆ ਜਾਂਦਾ, ਪ੍ਰਚਾਰਕ ਵੀ ਆਖਿਆ ਜਾਂਦਾ। ਇਹਦੇ ਨਾਲ ਹੀ ਇਸ ਧਾਰਮਿਕ ਸ਼੍ਰੇਣੀ ਵਿੱਚ ਗੁਰੂ ਕੇ ਕੀਰਤਨੀਏ ਆਉਂਦੇ ਨੇ, ਰਾਗੀ ਢਾਡੀ ਪ੍ਰਚਾਰਕ ਆਉਂਦੇ ਨੇ। ਇਹ ਸਾਰੀ ਇੱਕ ਧਾਰਮਿਕ ਸ਼੍ਰੇਣੀ ਹੈ। ਇਸ ਧਾਰਮਿਕ ਸ਼੍ਰੇਣੀ ਨੇ ਦੂਜੇ ਗੁਰਸਿੱਖਾਂ ਨਾਲੋਂ ਇੱਕ ਵਿਸ਼ੇਸ਼ ਕਿਸਮ ਦਾ ਜੀਵਨ ਜਿਉਣ ਦੇ ਲਈ ਵਚਨਬੱਧ ਹੋਣਾ ਹੁੰਦਾ। ਉਹਨਾਂ ਦੀ ਇਸ ਗੁਰੂ ਗ੍ਰੰਥ ਸਾਹਿਬ ਦੀ ਗੁਰਮਤ ਗਿਆਨ ਦ੍ਰਿੜ ਕਰਾਉਣ ਵਾਲੀ ਜਿਹੜੀ ਜੁਗਤ ਹੈ, ਉਸ ਨੂੰ ਵਿਸ਼ੇਸ਼ ਤੌਰ ਤੇ ਦੂਜੇ ਗੁਰਸਿੱਖਾਂ ਨਾਲੋਂ ਪੜ੍ਹਨਾ, ਵਿਚਾਰਨਾ, ਦ੍ਰਿੜ ਕਰਨਾ ਹੁੰਦਾ ਹੈ। ਤੇ ਫਿਰ ਉਸ ਵਿਸ਼ੇਸ਼ ਜੁਗਤ ਦਾ ਆਪ ਧਾਰਨੀ ਬਣ ਕੇ ਦੂਜਿਆਂ ਨੂੰ ਉਹਦੇ ਨਾਲ ਜੋੜਨ ਲਈ ਵਿਸ਼ੇਸ਼ ਸੇਵਾਵਾਂ ਨਿਭਾਉਣੀਆਂ ਹੁੰਦੀਆਂ ਨੇ। ਉਹਦੀ ਜ਼ਿੰਦਗੀ ਦਾ ਸਾਰਾ ਸਮਾਂ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਦੇ ਤੌਰ ਤੇ ਗੁਰੂ ਘਰ ਦੇ ਨਾਲ ਜੁੜਿਆ ਹੁੰਦਾ। ਇਸ ਕਰਕੇ ਉਹਦੇ ਕੋਲੋਂ ਉਮੀਦਾਂ ਵੀ ਵੱਖਰੇ ਕਿਸਮ ਦੀਆਂ ਕੀਤੀਆਂ ਜਾਂਦੀਆਂ ਆਮ ਗੁਰਸਿੱਖ ਕੀਰਤੀ ਗੁਰਸਿੱਖ ਨਾਲੋਂ। ਤੇ ਮੈਂ ਬੇਨਤੀ ਇਹ ਕਰ ਰਿਹਾ ਸੀ ਕਿ ਸਾਡੇ ਅੱਜ ਦੇ ਇਸ ਸੈਮੀਨਾਰ ਦਾ ਮਕਸਦ ਜਿਹੜਾ ਹੈ, ਉਹ ਬਾਬਾ ਬੁੱਢਾ ਸਾਹਿਬ ਨੂੰ ਯਾਦ ਕਰਕੇ ਉਹਨਾਂ ਦੇ ਵਾਰਿਸ ਕਿਵੇਂ ਬਣਿਆ ਜਾ ਸਕਦਾ ਹੈ। ਅੱਜ ਜੋ ਅਸੀਂ, ਮੈਂ ਵੀ ਉਸੇ ਧਾਰਮਿਕ ਸ਼੍ਰੇਣੀ ਵਿੱਚੋਂ ਹਾਂ, ਭਾਵੇਂ ਅਧਿਆਪਕ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਪੜ੍ਹਾਉਣ ਵਾਲੇ, ਗੁਰ ਇਤਿਹਾਸ ਨੂੰ ਪੜ੍ਹਨ ਪੜ੍ਹਾਉਣ ਵਾਲੇ ਸਕੂਲਾਂ ਕਾਲਜਾਂ ਵਿੱਚ ਭਾਵੇਂ ਅਸੀਂ ਵੀ ਪ੍ਰਚਾਰਕ ਹਾਂ। ਸਾਡੀ ਇਸ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੇ ਲਈ ਜ਼ਿੰਮੇਵਾਰੀ ਕਿਸੇ ਹੋਰ ਰੂਪ ਦੇ ਵਿੱਚ ਲੱਗ ਗਈ, ਪਰ ਹੈ ਉਹੀ ਜ਼ਿੰਮੇਵਾਰੀ ਹੈ ਜਿਹੜੀ ਗੁਰੂ ਘਰ ਦੇ ਗ੍ਰੰਥੀ ਸਾਹਿਬ ਨੇ ਗੁਰੂ ਘਰ ਦੇ ਵਿੱਚ ਨਿਭਾਉਣੀ ਹੁੰਦੀ ਹੈ। ਉਹੀ ਅਧਿਆਪਕ ਨੇ ਧਾਰਮਿਕ ਅਧਿਆਪਕ ਦੇ ਤੌਰ ਤੇ ਸਕੂਲਾਂ ਕਾਲਜਾਂ ਵਿੱਚ ਨਿਭਾਉਣੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬੋਧ ਧਰਮ ਅਧਿਆਪਕਾਂ ਨੂੰ ਵੀ ਓਨਾ ਹੀ ਲੋੜੀਂਦਾ ਜਿੰਨਾ ਗੁਰੂ ਘਰ ਦੇ ਗ੍ਰੰਥੀ ਸਾਹਿਬ ਨੂੰ ਲੋੜੀਂਦਾ। ਤੇ ਉਹਨਾਂ ਦਾ ਜੀਵਨ ਵੀ ਉਸੇ ਤਰ੍ਹਾਂ ਦਾ ਰੋਲ ਮਾਡਲ ਦੇ ਰੂਪ ਦੇ ਵਿੱਚ ਹੋਣਾ ਜ਼ਰੂਰੀ ਹੈ ਆਪਣੇ ਵਿਦਿਆਰਥੀਆਂ ਲਈ ਜਾਂ ਦੂਜਿਆਂ ਲਈ, ਜਿਨ੍ਹਾਂ ਗੁਰੂ ਘਰ ਦੇ ਗ੍ਰੰਥੀ ਸਾਹਿਬ ਦਾ ਜਾਂ ਪ੍ਰਚਾਰਕ ਦਾ ਜਾਂ ਰਾਗੀ ਸਿੰਘ ਦਾ ਜਾਂ ਢਾਡੀ ਸਿੰਘ ਦਾ ਜਾਂ ਇੱਕ ਵਿਦਵਾਨ ਦਾ ਜਿਹੜਾ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦਾ ਖੋਜਕਾਰ ਕਹਾਉਂਦਾ, ਗੁਰੂ ਗ੍ਰੰਥ ਸਾਹਿਬ ਦਾ ਵਿਦਵਾਨ ਕਹਾਉਂਦਾ, ਉਹਦੇ ਲਈ ਵੀ ਇਸ ਤਰ੍ਹਾਂ ਦੀ ਗੁਰਮਤ ਜੁਗਤ ਦਾ ਅਮਲੀ ਤੌਰ ਤੇ ਧਾਰਨੀ ਬਣਨਾ ਜ਼ਰੂਰੀ। ਉਹਦੀ ਚੇਤਨਾ ਸਾਡੇ ਅੰਦਰ ਦ੍ਰਿੜ ਹੋਵੇ, ਇਹਦੇ ਲਈ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕਰਕੇ ਅੱਜ ਦਾ ਇਹ ਸੈਮੀਨਾਰ ਆਯੋਜਿਤ ਕੀਤਾ ਗਿਆ ਹੈ। ਮੈਂ ਬਹੁਤ ਅਧੀਨਗੀ ਨਾਲ ਪਰ ਬੁਲੰਦ ਆਵਾਜ਼ ਵਿੱਚ ਇਹ ਕਹਿਣਾ ਚਾਹੁੰਦਾ, ਕਿਉਂਕਿ ਰਾਣਾ ਜੀ ਹੋਰਾਂ ਨੇ ਮਾਣ ਨਾਲ, ਅਪਣੱਤ ਨਾਲ ਹਰ ਵਾਰੀ ਇਹ ਜ਼ਿੰਮੇਵਾਰੀ ਦਾਸ ਨੂੰ ਸੌਂਪੀ ਹੁੰਦੀ ਹੈ ਸੈਮੀਨਾਰ ਆਯੋਜਿਤ ਕਰਨ ਦੀ, ਸਬਜੈਕਟ ਵਿਸ਼ਾ ਚੁਣਨ ਦੀ। ਤੇ ਇਹ ਵਿਸ਼ਾ ਵੀ ਅੱਜ ਜੇ ਚੁਣਿਆ ਗਿਆ ਤੇ ਇਸ ਕਰਕੇ ਕਿ ਮੇਰੀ ਖੁਦ ਦੀ ਆਪਣੀ ਜ਼ਿੰਦਗੀ ਦਾ ਜਿੰਨਾ ਸਮਾਂ, ਉਹਦੇ ਵਿੱਚੋਂ 48 ਸਾਲ ਦਾ ਤਕਰੀਬਨ ਸਮਾਂ ਗੁਰੂ ਘਰ ਦੀ ਚੌਰ ਬਰਦਾਰੀ ਦੇ ਵਿੱਚ ਗੁਜ਼ਰਿਆ ਹੈ। ਅਧਿਆਪਕ ਦੇ ਤੌਰ ਤੇ ਮੇਰੀ ਜ਼ਿੰਦਗੀ ਦੇ ਤਕਰੀਬਨ 40 ਸਾਲ ਗੁਜ਼ਰੇ ਨੇ। ਤਖਤ ਸਾਹਿਬਾਨ ਦੀ ਸੇਵਾ 13 ਸਾਲ ਗੁਰੂਦੇਵ ਨੇ ਬਖਸ਼ਿਸ਼ ਕੀਤੀ। ਦੇਸ਼ ਵਿਦੇਸ਼ ਵਿੱਚ ਵਿਚਰਦਿਆਂ ਹੋਇਆਂ ਬਹੁਤ ਕੁਝ ਸੁਖਾਵਾਂ ਵੀ ਤੇ ਅਣਸੁਖਾਵਾਂ ਵੀ ਮੈਂ ਆਪਣੇ ਆਪ ਤੇ ਹੰਡਾਇਆ। ਅੱਜ ਗੁਰੂ ਘਰ ਦੇ ਵਿੱਚ ਪ੍ਰਬੰਧਕ ਸ਼੍ਰੇਣੀ, ਧਾਰਮਿਕ ਸ਼੍ਰੇਣੀ ਤੇ ਗੁਰੂ ਘਰ ਵਿੱਚ ਆਉਣ ਵਾਲੇ, ਆਪਣੇ ਆਪ ਨੂੰ ਸਤਸੰਗੀ ਗੁਰੂ ਦੇ ਸਿੱਖ ਸੇਵਕ ਕਹਾਉਣ ਵਾਲੇ, ਸ਼ਰਧਾਲੂ ਕਹਾਉਣ ਵਾਲੇ, ਇਹਨਾਂ ਦੇ ਵਿੱਚ ਇੱਕ ਜਿਹੜਾ ਗੁਰਮਤ ਜੁਗਤ ਦੇ ਅਨੁਸਾਰ
अपनत भरिया सत्कारत रिश्ता बनना चाहिए, जिसने सानू सारिਆਂ ਨੂੰ गुरु की बख्शिश का पात्र बनाना, जिमें बाबा जी आप बने। उस दे प्रति एहसास अत जरूरी, पर अज वो गुआचिया लगता, ਉਹਦੇ ਵਿੱਚ किते विथां नज़र आउंदियां ने। एक दूजे का उस तरह का सत्कार भरिया रिश्ता प्रबंधक श्रेणी, धार्मिक श्रेणी ते सतसंगियां विच घटिया लगता। बहुत सारे कारण होणगे, मैं अज उन्हां कारणों दे विस्तार विच नहीं जाना चाहता, पर मैं ये नहीं जरूर अपने अंदर वेदना रखदा, ते इसे वेदना नूं तुहाडे अंदर जगाउण वास्ते जिन्ने भी आए हो, घाटों या वाधों, उस मकसद नूं लैके ये विषय चुनिया। बाबा बुढ़ा जी के संबंध विच गुरु सवारे भाई साहब जी ने कुछ संकेत मात्र संखेप रूप दे विच उन्हां दे जीवन दे मान भरे उन्हां पलों का जिक्र किया, उन्हां गाथावां का जिक्र किया जिहड़ियां उन्हां नूं नमस्कार करन योग बनाउंदियां आईयां। उन्हां दा सारा जीवन एक यात्रा, जिहड़ी यात्रा एक जग्यासू तो शुरू हो रही है, ते जग्यासू तो शुरू होके ब्रह्म ज्ञानी वाली अवस्था की प्राप्ति तक बख्शिश भरपूर निरंतर चल रही है, विकास कर रही है। अगाहां कूतरांग पिछा फेरना मुंडड़ा दा अमली सच प्रगट कर रही है, जिथे गुरु की बाणी का यह उपदेश साडे सामने प्रतख हुंदा। मेरे राम हम बारक हर प्रभ के हैं इयाणे, तन तन गुरु गुर सतगुर पांदा, जिन हर उपदेश दे किए सियाणे। ये आणेपण तो सियाणेपण तक दी प्राप्ति दा जीवन सफर है जिहड़ा बाबा बुढ़ा जी दा है। जदों आए ने उस वेले अपनी जग्यासू बिरती का प्रगटावा किया है, पातशाह मैनू समझ नहीं आ रही, अंदर एक खुदिया लग गई है, ये मौत का भय क्यों आ रहा, बचना चाहना, दसो। ये यात्रा इत्थों आरंभ होती है, अंदर खुदिया, अंदर प्यास वेदना, पर जिहदे कोल चल के आए ने उहदे ते भरोसा, उहदे ते विश्वास। जग्यासू दी ब्रह्म ज्ञानता तक की प्राप्ति का पहला पड़ाव यह है, जिहदे कोल जाना है उहदे कोल इस भावना नाल जाना, हम बारक हर प्रभ के हैं इयाणे, हम अज्ञान अल्पमत थोरी। इत्थों शुरू करना, मेरिया जिंदगी दियां समस्यावां, मेरी जिंदगी दे मसले जिहड़े मेरे जीवन विच मेरे आनंद की इच्छा नूं पूरा नहीं करन दे रहे, बल्कि उहदी जगह ते बेचैनी अशांति भरे नतीजे निकल रहे ने। मैं भयभीत हाँ, सहम चिंता विच हाँ, मेरे कोलों नहीं मुक रहे, मैं चलना उहदे कोल जिहनूं पता है ये किवें मुकाए जांदे ने, ते मेरा विश्वास है कि मैं उहदे कोल जावांगा जावांगी तां उत्थे मुकने ने। ये जग्यासा ते शरधा दा विश्वास दा सुमेल है, जिथों गुरसिख दी जिंदगी दा आरंभ हुंदा है। ते यही विश्वास, यही सुमेल सतगुर कै जन्मे गवन मिटाया दे सच नूं प्रगट करन दे समर्थ बनाउंदा। सतगुरु दे घर जन्म होना है, पहला जन्म है जिहड़ा नादी तौर ते, वाहिगुरू बिंदी तौर ते माता पिता दे शरीरक संयोग नाल साडा होंद विच आया। उस जन्म दे विच जे सतगुरु दे घर जन्म वाली
ਗਾਥਾ ਸ਼ਾਮਲ ਨਹੀਂ, ਇਹ ਸੱਚ ਸ਼ਾਮਲ ਨਹੀਂ। ਤਾਂ ਮਹਾਰਾਜ ਕਹਿੰਦੇ ਇਦਾਂ ਦੇ ਜਨਮ ਮਰਨ ਤੇ ਫੇਰ ਬਹੁਤ ਵਾਰੀ ਹੋ ਹੀ ਜਾਣੇ ਐ, ਉਹ ਖੜੋਤ ਨਹੀਂ ਟੁੱਟਣੀ, ਬਣਿਆ ਰਹਿਣਾ ਵਾ ਕੌਣ ਨਾ। ਜੀਵਨ ਦਾ ਸੱਚ ਸਮਝ ਆਉਣਾ, ਨਾ ਇਸ ਜੀਵਨ ਵਿੱਚ ਆਨੰਦ ਕਿਵੇਂ ਪ੍ਰਾਪਤ ਹੋਣਾ, ਇਹਦੀ ਗੱਲ ਸਮਝ ਆਉਣੀ ਹੈ। ਤੇ ਜਿਸ ਤਰ੍ਹਾਂ ਦੇ ਆਏ ਉਸ ਤਰ੍ਹਾਂ ਦੇ ਫਿਰ ਚਿੰਤਾਵਾਂ ਨਾਲ, ਪਛਤਾਵਿਆਂ ਨਾਲ, ਨਮੋਸ਼ੀਆਂ ਨਾਲ ਭਰੇ ਚਲੇ ਜਾਣੇ। ਸਤਿਗੁਰੂ ਦੇ ਘਰ ਵਿੱਚ ਜਨਮ ਹੋਇਆ ਬਾਬਾ ਬੁੱਢਾ ਜੀ ਦਾ। 11 ਸਾਲ ਦੀ ਉਮਰ ਦੱਸਦੇ ਨੇ, ਉਸ ਵੇਲੇ ਲਗਭਗ 11 ਸਾਲ ਦੀ ਉਮਰ ਸੀ ਜਦੋਂ ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਏ ਨੇ। ਸਧਾਰਨ ਜਿਹੇ ਘਰ ਵਿੱਚ ਮੱਝਾਂ ਚਾਰਦੇ, ਘਰ ਦੀ ਖੇਤੀ ਦੇ ਕੰਮ ਕਾਜ ਵਿੱਚ ਆਪਣੇ ਮਾਤਾ ਪਿਤਾ ਦਾ ਸਾਥ ਦਿੰਦੇ ਆ ਗਏ ਗੁਰੂ ਕੋਲ। ਪਰ ਜਗਿਆਸਾ ਅੰਦਰ ਕੀ ਹੈ? ਇੱਕ ਸਧਾਰਨ ਜਿਹਾ 11 ਸਾਲ ਦਾ ਬੱਚਾ ਇੱਕ ਵੇਦਨਾ ਲਈ ਬੈਠਾ ਹੈ ਆਪਣੇ ਅੰਦਰ, ਭੁੱਖ ਲਈ ਬੈਠਾ ਹੈ ਆਪਣੇ ਅੰਦਰ, ਆਪਣੇ ਆਪ ਅੰਦਰ ਕੁਝ ਸਖਣਾ ਮਹਿਸੂਸ ਕਰ ਰਿਹਾ। ਤੇ ਮੈਂ ਬੇਨਤੀ ਇਹ ਕਰਨੀ ਕਿ ਸਾਡੀ ਸਾਰੀ ਜ਼ਿੰਦਗੀ ਧਾਰਮਿਕ ਸ਼੍ਰੇਣੀ ਵਾਲਿਆਂ ਦੀ, ਪ੍ਰਬੰਧਕਾਂ ਦੀ, ਗੁਰੂ ਘਰ ਦੇ ਵਿੱਚ ਬਾਣੀ ਦੀ ਚਰਚਾ ਕਰਦਿਆਂ ਲੰਘ ਜਾਂਦੀ ਹੈ। ਇਸ ਤਰ੍ਹਾਂ ਦੀ ਜਗਿਆਸਾ, ਇਸ ਤਰ੍ਹਾਂ ਦੀ ਖੁਦਿਆ, ਇਸ ਤਰ੍ਹਾਂ ਦੀ ਗੁਰੂ ਦੇ ਨਾਲ ਬਾਤ ਪਾਉਣ ਦੀ, ਆਪਣੀ ਵੇਦਨਾ ਪ੍ਰਗਟ ਕਰਨ ਦੀ ਸਾਡੇ ਵਿੱਚੋਂ ਵਿਰਲਿਆਂ ਨੂੰ ਜਾਚ ਆਉਂਦੀ ਹੈ। ਪ੍ਰਬੰਧਕ ਆਪਣੇ ਪ੍ਰਬੰਧਾਂ ਵਿੱਚ ਖਚਿਤ ਰਹਿ ਜਾਂਦੇ, ਗ੍ਰੰਥੀ ਸਹਿਬਾਨ, ਪ੍ਰਚਾਰਕ, ਧਾਰਮਿਕ ਸ਼੍ਰੇਣੀ ਦੂਜਿਆਂ ਦੇ ਲਈ ਗੁਰੂ ਘਰ ਦੇ ਵਿੱਚ ਰਸਮਾਂ ਮਰਿਆਦਾਵਾਂ ਅਦਾ ਕਰਨ ਤੱਕ ਹੀ ਸੀਮਤ ਰਹਿ ਜਾਂਦੇ। ਮੈਂ ਤੇ ਆਪਣੇ ਤੋਂ ਗੱਲ ਸ਼ੁਰੂ ਕਰਦਾ, ਤੁਸੀਂ ਤੇ ਸਾਰੇ ਹੀ ਮੇਰੇ ਨਾਲੋਂ ਸਤਿਕਾਰਤ, ਪਰ ਸਾਨੂੰ ਇਸ ਤਰ੍ਹਾਂ ਦਾ ਧਰਮਸਾਲੀਆ, ਇਸ ਤਰ੍ਹਾਂ ਦਾ ਗੁਰੂ ਕਾ ਗ੍ਰੰਥੀ ਬਣਾਉਣ ਵਾਸਤੇ ਮਹਾਰਾਜ ਨੇ ਇਹ ਜ਼ਿੰਮੇਵਾਰੀਆਂ ਨਹੀਂ ਸੀ ਸੌਂਪੀਆਂ। ਬਖਸ਼ਿਸ਼ ਤੇ ਉਹਨਾਂ ਦੀ ਹੈ ਇਹ ਸੇਵਾ। ਪਰ ਜਦੋਂ ਬਾਬਾ ਬੁੱਢਾ ਜੀ ਨੂੰ ਇਹ ਸੇਵਾ ਸੌਂਪੀ ਗਈ, ਉਹਨਾਂ ਦੀ ਕੋਈ ਸੰਸਾਰਕ ਕੁਆਲੀਫਿਕੇਸ਼ਨ ਦੇਖ ਕੇ, ਸੰਸਾਰਕ ਵਿਦਿਆ ਦੇਖ ਕੇ, ਜਾਂ ਉਹਨਾਂ ਦੀ ਕੋਈ ਬਾਹਰੀ ਸ਼ਖਸੀਅਤ, ਬਾਹਰਾ ਰੂਪ ਦੇਖ ਕੇ ਸੇਵਾ ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਨਹੀਂ ਸੀ ਦਿੱਤੀ। ਉਹਨਾਂ ਦੇ ਅੰਦਰ ਜਿਹੜਾ ਬਾਣੀ ਦਾ ਅਮਲੀ ਗਿਆਨ, ਜਿਸ ਨੇ ਉਹਨਾਂ ਨੂੰ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਾਤਾ ਸੀ, ਉਸ ਪਾਤਰਤਾ ਨੂੰ ਦੇਖ ਕੇ ਮਹਾਰਾਜ ਨੇ ਇਹ ਸੇਵਾ ਸੌਂਪੀ ਸੀ। ਅੱਜ ਇਸ ਪਾਤਰਤਾ ਦਾ ਅਹਿਸਾਸ ਮੈਂ ਕਰਾਂ, ਸਾਡੀ ਧਾਰਮਿਕ ਸ਼੍ਰੇਣੀ ਕਰੇ, ਤੇ ਇਸੇ ਪਾਤਰਤਾ ਦਾ ਅਹਿਸਾਸ ਪ੍ਰਬੰਧਕ ਸ਼੍ਰੇਣੀ ਕਰੇ, ਤੇ ਇਸੇ ਹੀ ਜ਼ਿੰਮੇਵਾਰੀ ਪਾਤਰਤਾ ਦਾ ਅਹਿਸਾਸ ਕਰਦੇ ਹਾਂ ਅਸੀਂ ਗੁਰੂ ਘਰ ਵਿੱਚ ਆਉਣ ਵਾਲੇ ਸਤ ਸੰਗੀਆਂ ਨਾਲ, ਜਗਿਆਸੂਆਂ ਨਾਲ ਇੱਕ ਸਤ ਸੰਗੀ ਸਾਂਝ ਗੁਰੂ ਬਾਣੀ ਦੇ ਆਧਾਰ ਤੇ ਬਣਾਉਣ ਦੇ ਯੋਗ ਸਮਰੱਥ ਹੋ ਸਕੀਏ। ਇਹਦੇ ਵਿੱਚੋਂ ਜਿਹੜੇ ਨਤੀਜੇ ਨਿਕਲਣੇ ਨੇ, ਉਹ ਨਤੀਜੇ ਨਿਕਲਣੇ ਨੇ ਜਿਹੜੇ ਬਾਬਾ ਬੁੱਢਾ ਜੀ ਦੇ ਜੀਵਨ ਵਿੱਚ ਆਪਣੇ 'ਚ ਨਹੀਂ ਨਿਕਲੇ। ਐਸੀਆਂ ਵਿਸਮਾਦੀ ਕਹਾਣੀਆਂ, ਕਥਾ, ਸਾਖੀਆਂ ਉਹਨਾਂ ਦੇ ਜੀਵਨ ਵਿੱਚ ਨੇ ਕਿ ਗੁਰੂ ਸਾਹਿਬ ਹਯਾਤ ਸਰੀਰਕ ਤੌਰ ਤੇ ਨਹੀਂ ਵੀ ਹੈਗੇ ਹੋਏ। ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਸੰਗਤਾਂ ਨੂੰ ਜਿਹੜੀਆਂ ਵੈਰਾਗੀਆਂ ਹੋਈਆਂ ਨੇ ਗੁਰੂ ਵਿਛੋੜੇ ਦੇ ਵਿੱਚ, ਉਹਨਾਂ ਨੂੰ ਗੁਰੂ ਦੀ ਮੱਤ ਨਾਲ ਜੋੜ ਕੇ ਤਰਵਾਸ ਦੇਣ ਦੀ ਜਿਹੜੀ ਇੱਕ ਵਿਸਮਾਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੇ ਨਿਭਾਈ ਹੈ ਨਾ, ਉਹ ਨਮਸਕਾਰ ਕਰਨ ਯੋਗ ਹੈ। ਮੈਂ ਬਹੁਤੇ ਵਿਸਥਾਰ ਵਿੱਚ ਨਾ ਜਾਵਾਂ, ਕੁਝ ਕੁ ਗੱਲਾਂ ਧਿਆਨ ਚ ਕਰੀਏ। ਜੀਵਨ ਪਰਿਅੰਤ ਤਕਰੀਬਨ 125 ਸਾਲ ਦੀ ਉਮਰ ਹੈ ਬਾਬਾ ਬੁੱਢਾ ਸਾਹਿਬ ਦੀ। ਜਗਿਆਸੂ ਤੋਂ ਸ਼ੁਰੂ ਹੋ ਕੇ ਏਡੀ ਬਖਸ਼ਿਸ਼ ਭਰੀ ਹੋਈ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ 6ਵੇਂ ਸਤਿਗੁਰੂ, ਜਿਨ੍ਹਾਂ ਨੂੰ ਬਾਬਾ ਬੁੱਢਾ ਜੀ ਨੇ ਇਸ ਭਾਗ ਉਹਨਾਂ ਨੂੰ ਮਿਲਿਆ ਕਿ ਗੁਰਮੁਖੀ ਵਿਦਿਆ ਵੀ, ਗੁਰਮਤਿ ਦੀ ਵਿਦਿਆ ਵੀ, ਬਾਣੀ ਦੀ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਆਪਣੀ ਕੋਲ ਬਿਠਾ ਕੇ ਦਿੱਤੀ ਹੈ। ਔਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਬਾਬਾ ਬੁੱਢਾ ਜੀ ਦੇ ਪ੍ਰਤੀ ਜਿਹੜਾ ਸਤਿਕਾਰ ਹੈ, ਉਹ ਬਿਲਕੁਲ ਅਕਥ ਹੈ, ਬਿਆਨ ਨਹੀਂ ਹੋ ਸਕਦਾ। ਔਰ ਸ਼ਾਇਦ ਉਸ ਦਾ ਜਿਹੜਾ ਇੱਕ ਪ੍ਰਮਾਣ ਕਿੰਨੇ ਕੁ ਗੁਰਸਿੱਖਾਂ ਨੂੰ ਇਹ ਬਖਸ਼ਿਸ਼ ਪ੍ਰਾਪਤ ਹੋਈ ਹੋਏਗੀ। ਜਦੋਂ ਬਾਬਾ ਬੁੱਢਾ ਜੀ ਦਾ ਅਕਾਲ ਚਲਾਣਾ ਹੋਇਆ ਹੈ ਤਾਂ ਇਤਿਹਾਸਕਾਰਾਂ ਨੇ ਇਸ਼ਾਰਾ ਕੀਤਾ ਹੈ
ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਸੀ ਪਹਿਲਾਂ ਹੀ। ਬਾਬਾ ਜੀ ਨੂੰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ, ਮਹਾਰਾਜ ਸਰੀਰ ਹੁਣ ਬਿਰਧ ਹੋ ਗਿਆ, ਯਾਤਰਾ ਸੰਪੂਰਨ ਹੋ ਰਹੀ ਹੈ, ਮੈਂ ਤੇ ਇੱਕ ਸਧਾਰਨ ਜਿਹਾ ਕਾਹੀ ਗੁਰੂ ਘਰ ਦਾ, ਨਿਮਾਣਾ ਜਿਹਾ ਸੇਵਕ ਗੁਰੂ ਘਰ ਦਾ, ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ। ਜਾਣ ਲੱਗਿਆਂ ਆਪਣੇ ਦਰਸ਼ਨਾਂ ਦੀ ਦਾਤ, ਆਪਣੀ ਪਿਆਰ ਅਸੀਸ ਦੀ ਦਾਤ ਮੇਰੀ ਝੋਲੀ ਪਾਇਓ, ਤਾਂ ਕਿ ਮੈਂ ਜਾਵਾਂ ਤੇ ਤੁਹਾਡੇ ਸਨਮੁਖ ਝੁਕਦਿਆਂ ਹੋਇਆਂ ਜਾਵਾਂ, ਸਮਰਪਿਤ ਹੁੰਦਿਆਂ ਜਾਵਾਂ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਰੇ ਰੁਝੇਵੇਂ ਛੱਡ ਕੇ ਗੁਰੂ ਤੇ ਸਿੱਖ ਦੇ ਉਸ ਅਪਣੱਤ ਭਰੇ ਰਿਸ਼ਤੇ ਦੇ ਵਿੱਚ ਬਾਬਾ ਬੁੱਢਾ ਜੀ ਕੋਲ ਸਮਾਂ ਬਤੀਤ ਕਰਦਿਆਂ ਕਰਦਿਆਂ ਅਖੀਰਲਾ ਜਦੋਂ ਸਮਾਂ ਆਇਆ ਤਾਂ ਆਪਣੇ ਹੱਥੀਂ ਇਸ਼ਨਾਨ ਵੀ ਕਰਵਾਇਆ। ਤੇ ਇੱਕ ਪਾਸੇ ਬਾਬਾ ਬੁੱਢਾ ਜੀ ਦੇ ਸਪੁੱਤਰ ਨੇ ਬਾਬਾ ਭਾਨਾ ਜੀ, ਤੇ ਦੂਜੇ ਪਾਸੇ ਅਰਥੀ ਨੂੰ ਗੁਰੂ ਹਰਗੋਬਿੰਦ ਸਾਹਿਬ ਆਪ ਅੱਗੇ ਹੋ ਕੇ ਮੋਢਾ ਦੇ ਰਹੇ ਨੇ। ਤੇ ਇਤਿਹਾਸਕਾਰਾਂ ਨੇ ਇਸ਼ਾਰਾ ਕੀਤਾ ਹੈ, ਗੁਰੂ ਜਾਣੇ ਉੱਥੇ ਕੀ ਵਾਪਰਿਆ ਹੈ। ਸਾਨੂੰ ਆਗਿਆ ਨਹੀਂ ਹੈ ਕਿ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੋਲ ਨਾ ਪਾਇਆ, ਪਰ ਇਸ਼ਾਰੇ ਕੀਤੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਮਨ ਵੈਰਾਗਿਆ ਗਿਆ ਉਸ ਵੇਲੇ। ਬਾਬਾ ਬੁੱਢਾ ਜੀ ਦੇ ਉਸ ਬ੍ਰਹਮ ਗਿਆਨਤਾ ਦੀ ਬਖਸ਼ਿਸ਼ ਭਰੀ ਪ੍ਰਾਪਤੀ ਦੇ ਸਨਮੁਖ ਜਦੋਂ ਸਰੀਰਕ ਤੌਰ ਤੇ ਵਿਛੜ ਰਿਹਾ ਇੱਕ ਗੁਰਮੁਖ ਬ੍ਰਹਮ ਗਿਆਨੀ, ਜਿਹਦੇ ਕੋਲ ਬੈਠ ਕੇ ਗੁਰਮਤਿ ਜੁਗਤ ਦ੍ਰਿੜ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ, ਉਸ ਦਾ ਸਰੀਰਕ ਵਿਛੋੜਾ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਨੂੰ ਵੈਰਾਗ ਅਵਸਥਾ ਵਿੱਚ ਲੈ ਕੇ ਜਾਂਦਾ ਹੈ। ਇਹ ਬਖਸ਼ਿਸ਼ ਬਾਬਾ ਬੁੱਢਾ ਜੀ ਨੂੰ ਹੋਈ। ਅੱਜ ਮੈਂ ਸੋਚਦਾ ਮੇਰਾ ਗੁਰੂ ਨਾਲ, ਗੁਰੂ ਦੇ ਸੇਵਾਦਾਰ ਦੇ ਤੌਰ ਤੇ ਕੀ ਇਸ ਤਰ੍ਹਾਂ ਦਾ ਅਪਣੱਤ ਭਰਿਆ ਅੰਦਰੂਨੀ ਪਿਆਰ ਦਾ, ਅੰਦਰੂਨੀ ਲਿਵਲੀਨਤਾ ਵਾਲਾ ਰਿਸ਼ਤਾ ਬਣ ਸਕਿਆ ਕਿ ਨਹੀਂ, ਮੈਨੂੰ ਸੋਚਣ ਦੀ ਲੋੜ ਹੈ। ਸਰੀਰਕ ਮਡੋਲੀ ਤੇ ਮੇਰੀ ਵੀ ਭੱਜਣੀ ਹੈ, ਮੇਰੀ ਵੀ ਸਰੀਰਕ ਯਾਤਰਾ ਮੁੱਕਣੀ ਹੈ, ਪਰ ਮੁੱਕਦਿਆਂ ਮੁੱਕਦਿਆਂ ਗੁਰੂ ਹਰਗੋਬਿੰਦ ਸਾਹਿਬ ਤੇ ਬਾਬਾ ਬੁੱਢਾ ਜੀ ਦੇ ਇਸ ਰੂਹਾਨੀ ਪਿਆਰ ਦਾ, ਮਿਲਾਪ ਦਾ ਕੋਈ ਸੁਭਾਗਾ ਪਲ, ਉਸ ਦੀ ਸੰਭਾਵਨਾ ਮੈਂ ਆਪਣੇ ਅੰਦਰ ਪੈਦਾ ਕਰ ਸਕਿਆ। ਅੱਜ ਦੇ ਇਸ ਸੈਮੀਨਾਰ ਦਾ ਮੁੱਖ ਮਕਸਦ, ਉਹਦੀ ਭਾਵਨਾ ਇਹ, ਜਿੰਨੇ ਬੈਠੇ ਅਸੀਂ ਆਪਣੀ ਆਪਣੀ ਪੜਚੋਲ ਕਰਦੇ ਹਾਂ, ਗੁਰੂ ਘਰ ਦੇ ਗ੍ਰੰਥੀ ਦੇ ਤੌਰ ਤੇ ਗੁਰੂ ਸਾਹਿਬ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਬਣਾ ਕੇ ਇਹਨਾਂ ਬੱਚਿਆਂ ਨੂੰ, ਜਿਨ੍ਹਾਂ ਨੇ ਕੱਲ ਨੂੰ ਗੁਰੂ ਘਰ ਦੇ ਵਿੱਚ ਪ੍ਰਚਾਰਕ ਬਣਨਾ, ਗੁਰੂ ਕੇ ਵਜ਼ੀਰ ਬਣਨਾ, ਗੁਰੂ ਕੇ ਗ੍ਰੰਥੀ ਸਿੰਘ ਗਰਾਗੀ ਕੀਰਤਨੀਏ ਢਾਡੀ ਬਣਨਾ, ਇਹਨਾਂ ਨੂੰ ਉਹ ਵਿਰਾਸਤ ਬਾਬਾ ਬੁੱਢਾ ਜੀ ਦੀ ਗੁਰਮਤਿ ਚੇਤਨਾ ਵਾਲੀ ਦੇਣ ਦੇ ਯੋਗ ਹੋ ਸਕੀਏ। ਅੱਜ ਪ੍ਰਬੰਧਕ ਵੀ ਬੈਠੇ ਨੇ, ਵਿਦਵਾਨ ਵੀ ਬੈਠੇ ਨੇ। ਮੈਨੂੰ ਬਹੁਤ ਮਾਣ ਹੈ ਡਾਕਟਰ ਜਸਪਾਲ ਸਿੰਘ ਹੋਰਾਂ ਦੀ ਗੁਰਸਿੱਖੀ ਮਿੱਤਰਤਾ ਦੇ। ਇਹਨਾਂ ਨੇ ਗੁਰ ਇਤਿਹਾਸ ਨੂੰ, ਗੁਰਬਾਣੀ ਨੂੰ ਕੇਵਲ ਪੜ੍ਹਿਆ ਸੁਣਿਆ ਵਿਚਾਰਿਆ ਹੀ ਨਹੀਂ ਹੈ, ਬਹੁਤ ਕੁਝ ਲਿਖਿਆ ਇਹਨਾਂ ਨੇ, ਪਰ ਜੀਵਨ ਦੇ ਵੀ ਇਹ ਅਧਿਕਾਰੀ ਬਣੇ। ਡਾਕਟਰ ਇੰਦਰਜੀਤ ਸਿੰਘ ਹੋਰੀ ਬੈਠੇ ਨੇ, ਤਕਰੀਬਨ 30 ਸਾਲ ਇਹਨਾਂ ਨੇ ਗੁਰਮਤ ਦੇ ਅਧਿਆਪਕ ਦੇ ਤੌਰ ਤੇ, ਪ੍ਰਿੰਸੀਪਲ ਦੇ ਤੌਰ ਤੇ ਆਪਣੇ ਬਿਤਾਏ ਨੇ। ਕਿਤਾਬਾਂ ਲਿਖੀਆਂ ਨੇ, 9 ਤੋਂ ਉੱਪਰ ਕਿਤਾਬਾਂ ਲਿਖੀਆਂ, ਵਿਦੇਸ਼ ਯਾਤਰਾਵਾਂ ਵੀ ਕਰ ਰਹੇ ਨੇ, ਕਵੀ ਵੀ ਨੇ। ਬਹੁਤ ਕੁਝ ਇਹਨਾਂ ਨੂੰ ਵੀ ਮਹਾਰਾਜ ਨੇ ਜੀਵਨ ਦੇ ਵਿੱਚ ਗੁਰਸਿੱਖ ਦੇ ਤੌਰ ਤੇ ਬਖਸ਼ਿਸ਼ ਕੀਤਾ। ਇਹ ਸਾਰੇ ਬੈਠੇ ਨੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਦੀ ਤਰ੍ਹਾਂ ਉਦਮ ਕੀਤਾ, ਤੁਹਾਨੂੰ ਆਵਾਜ਼ ਮਾਰੀ ਹੈ ਕਿ ਆ ਕੇ ਬੈਠੀਏ ਤੇ ਆਪਣੇ ਇਹਨਾਂ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਨੂੰ, ਉਹਨਾਂ ਦੀ ਕਮਾਈ ਨੂੰ ਧਿਆਨ ਧਰਦਿਆਂ ਧਰਦਿਆਂ ਨਮਸਕਾਰ ਕਰਕੇ ਉਸ ਕਮਾਈ ਵਰਗੀ ਚੇਤਨਾ ਆਪਣੇ ਅੰਦਰ ਪੈਦਾ ਕਰਨ ਦੇ ਲਈ ਕੁਝ ਪੜਚੋਲੀਏ, ਕੁਝ ਮਿਲ ਬੈਠ ਕੇ ਇਸ ਤਰੀਕੇ ਨਾਲ ਸਮਾਂ ਗੁਜ਼ਾਰੀਏ ਕਿ ਇੱਥੋਂ ਜਾਣ ਤੋਂ ਬਾਅਦ ਉਹਨਾਂ ਮਹਾਨ ਬ੍ਰਹਮ ਗਿਆਨੀਆਂ ਦੇ ਵਾਂਗ ਜਗਿਆਸੂ ਬਣ ਸਕੀਏ, ਗੁਰੂ ਤੇ ਭਰੋਸਾ ਕਰ ਸਕੀਏ
ਤੇ ਗੁਰੂ ਭਰੋਸੇ ਵਿੱਚ ਗੁਰਮਤਿ ਜੁਗਤ ਨੂੰ ਦ੍ਰਿੜ ਕਰਨ ਲਈ ਗੁਰੂ ਕੋਲ ਝੋਲੀ ਅੱਡਦਿਆਂ ਇਹ ਗੁਰਮਤਿ ਜੁਗਤ ਦੇ ਧਾਰਨੀ ਬਣ ਕੇ ਉਹਨਾਂ ਵਾਂਗ ਗੁਰੂ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਇਸ ਤਰ੍ਹਾਂ ਜੀਵਨ ਜੁਗਤ ਦੀ ਦ੍ਰਿੜਤਾ ਤੇ ਗੁਰੂ ਬਖਸ਼ਿਸ਼ ਨਾਲ ਆਉਣੀ ਹੈ, ਲੇਕਿਨ ਜੇ ਪਿਆਸ ਵੀ ਜਾਗ ਸਕੇ ਤਾਂ ਉਹ ਸ਼ਾਇਰ ਕਹਿੰਦਾ ਹੈ, ਜੋ ਜਲ ਕਰ ਖਾਕ ਹੋ ਜਾਏ वो खुशकिस्मत ही सही, लेकिन जो जलने के लिए तड़पे वो परवाना भी अच्छा है। ਅਸੀਂ ਤੜਪ ਗੁਰੂ ਪਿਆਰ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਪੈਦਾ ਕਰ ਸਕੀਏ। ਇਸ ਮਕਸਦ ਨਾਲ, ਇਸ ਭਾਵਨਾ ਨਾਲ ਅੱਜ ਦਾ ਸੈਮੀਨਾਰ ਆਯੋਜਿਤ ਕੀਤਾ ਗਿਆ। ਗੁਰੂ ਕਿਰਪਾ ਕਰਨ, ਪੂਜ ਬਾਬਾ ਬੁੱਢਾ ਜੀ ਦੀ ਉਸ ਬ੍ਰਹਮ ਗਿਆਨਤਾ ਦੀ ਕਮਾਈ ਦਾ ਧਿਆਨ ਧਰਦਿਆਂ ਉਸ ਦੇ ਲਈ ਗੁਰੂ ਬਖਸ਼ਿਸ਼ ਦੇ ਪਾਤਰ ਬਣਨ ਦੀ ਭੁੱਖ ਆਪਣੇ ਅੰਦਰ ਜਗਾ ਸਕੀਏ। ਗੁਰੂ ਕਿਰਪਾ ਕਰਨ ਅੱਜ ਦਾ ਸਮਾਂ ਸਾਡੀ ਇਸ ਤਰ੍ਹਾਂ ਦੀ ਜਗਿਆਸੂ ਚੇਤਨਾ ਵਿੱਚ ਵਿਚਾਰ ਵਟਾਂਦਰਾ ਕਰਦਿਆਂ ਲੰਘ ਸਕੇ। ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।